ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਦੱਸਦੇ ਕਿ ਇਸ ਵੇਲੇ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਜ਼ਿਆਦਾ ਵੱਡਾ ਹੈ ਤੇ ਲਗਾਤਾਰ ਜਦੋਂ ਦੀ ਇਮੀਗ੍ਰੇਸ਼ਨ ਮਹਿੰਗੀ ਹੋਈ ਹੈ, ਯਾਨੀ ਕਿ 30 ਅਪ੍ਰੈਲ ਤੋਂ ਜਦੋਂ ਤੋਂ ਇਹ ਕਿਹਾ ਗਿਆ ਕਿ ਜਿਨ੍ਹਾਂ ਨੇ ਆਪਣੀ ਪੀਆਰ ਫਾਈਲ ਲਗਾਣੀ ਹੈ ਉਹਨਾਂ ਨੂੰ ਵੱਧ ਫੀਸ ਦੇਣੀ ਪਏਗੀ। ਤਕਰੀਬਨ ਉਸ ਦੇ ਵਿੱਚ ਸਬ ਕੈਟਾਗਰੀਜ਼ ਆਈਆਂ ਨੇ। ਇਸ ਸੰਬੰਧੀ ਫੈਡਰਲ ਜਿਹੜੇ ਮੰਤਰੀ ਹੈਗੇ ਨੇ ਲਿਬਰਲਸ ਦੇ ਵੱਲੋਂ MP ਸੁਖ ਧਾਲੀਵਾਲ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਅੱਜ ਮਾਰਨਿੰਗ ਸ਼ੋਅ ਦੇ ਵਿੱਚ। ਇਸ ਸੰਬੰਧੀ ਉਹਨਾਂ ਨੇ ਕੀ ਕੁਝ ਕਿਹਾ ਉਹ ਅਸੀਂ ਬੁਲੇਟਿਨ ਦੇ ਵਿੱਚ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇਵਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਡੀਸੀ 'ਚ ਫਰਵਰੀ ਦੇ ਮਹੀਨੇ 'ਚ ਓਵਰਡੋਜ਼ ਸੰਬੰਧੀ ਮੌਤਾਂ ਦਾ ਟੁੱਟਿਆ ਰਿਕਾਰਡ। 2022 'ਚ ਓਵਰਡੋਜ਼ ਸੰਬੰਧੀ 174 ਮੌਤਾਂ ਦਰਜ। ਲੈਂਗਲੀ ਤੇ ਫਰੇਜ਼ਰ ਸਾਊਥ ਰਿਹਾਇਸ਼ਾਂ ਦੇ ਵਿੱਚ ਕੰਪਲੈਕਸ ਕੇਅਰ ਸਹਾਇਤਾ ਸਾਧਨ ਕੀਤੇ ਸ਼ਾਮਲ। ਮਾਨਸਿਕ ਸਿਹਤ ਜਾਂ ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ ਵਾਲਿਆਂ ਨੂੰ ਮਿਲਣਗੇ ਘਰ। ਰੋਜ਼ਗਾਰ ਆਰਥਕ ਮੁੜ ਬਹਾਲੀ ਦੇ ਮੰਤਰੀ ਰਵੀ ਕਾਲੋ ਨੇ ਟ੍ਰੇਡ ਮਿਸ਼ਨ ਸੰਬੰਧੀ ਕੀਤੀ ਗੱਲਬਾਤ। ਯੂਨਾਈਟਿਡ ਸਟੇਟ ਜਾ ਕੇ ਸਟਰੋਂਗ BC ਯੋਜਨਾ ਦਾ ਕੀਤਾ ਜ਼ਿਕਰ। ਜਿੱਥੇ ਖਬਰਾਂ ਵਿਸਥਾਰ ਦੇ ਨਾਲ। ਔਰ ਸਭ ਤੋਂ ਪਹਿਲਾਂ ਦੱਸ ਦਈਏ ਕਿ ਓਵਰਡੋਜ਼ ਸੰਬੰਧੀ ਬਹੁਤ ਮਾਮਲੇ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ। ਬਹੁਤ ਸਾਰੀਆਂ ਰਿਪੋਰਟਾਂ ਆ ਗਈਆਂ ਨੇ। ਇਸ ਸਾਲ ਯਾਨੀ 2022 ਦੀ ਸ਼ੁਰੂਆਤ ਦੇ ਵਿੱਚ ਦੂਜੇ ਮਹੀਨੇ ਜੋ ਰਿਪੋਰਟ ਦਰਜ ਕੀਤੀ ਗਈ ਹੈ ਉਸ ਮੁਤਾਬਕ ਓਵਰਡੋਜ਼ ਦੇ ਨਾਲ ਲਗਭਗ 174 ਮੌਤਾਂ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਨੇ। ਦੱਸ ਦਈਏ ਕਿ ਦੂਜੇ ਮਹੀਨੇ ਦੇ ਵਿੱਚ ਓਵਰਡੋਜ਼ ਸੰਬੰਧੀ 174 ਮੌਤਾਂ ਦਰਜ ਕੀਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਓਵਰਡੋਜ਼ ਸੰਬੰਧੀ ਮੌਤਾਂ ਦੀ ਗਿਣਤੀ 208 ਰਹੀ ਹੈ। ਲਗਾਤਾਰ 4 ਮਹੀਨੇ ਤੱਕ ਸੂਬੇ 'ਚ ਓਵਰਡੋਜ਼ ਸੰਬੰਧੀ 200 ਤੋਂ ਵੱਧ ਮੌਤਾਂ ਰਿਪੋਰਟ ਹੋਣ ਤੋਂ ਬਾਅਦ ਫਰਵਰੀ ਵਿੱਚ ਇਹ ਅੰਕੜਾ 200 ਤੋਂ ਥੱਲੇ ਆਇਆ ਹੈ। ਬੀਤੇ ਸਾਲ ਦੇ ਸਮੇਂ ਮੁਕਾਬਲੇ ਓਵਰਡੋਜ਼ ਸੰਬੰਧੀ ਮੌਤਾਂ 'ਚ ਇੱਕ ਮੌਤ ਦਾ ਵਾਧਾ ਹੋਇਆ ਦੱਸਿਆ ਗਿਆ ਹੈ। ਇਸ ਦੇ ਨਾਲ ਹੁਣ ਫਰਵਰੀ ਦੇ ਮਹੀਨੇ 'ਚ ਓਵਰਡੋਜ਼ ਸੰਬੰਧੀ ਮੌਤਾਂ ਦਾ ਰਿਕਾਰਡ ਟੁੱਟ ਗਿਆ। ਸਾਲ ਦੇ ਪਹਿਲੇ 2 ਮਹੀਨਿਆਂ 'ਚ ਓਵਰਡੋਜ਼ ਸੰਬੰਧੀ ਮੌਤਾਂ ਦੀ ਗਿਣਤੀ 382 ਤੱਕ ਪਹੁੰਚ ਗਈ ਹੈ। ਸਾਲ 2016 ਤੋਂ ਇਸ ਸੰਕਟ ਸੰਬੰਧੀ ਮੌਤਾਂ ਦੀ ਗਿਣਤੀ ਹੁਣ 9410 ਤੱਕ ਪਹੁੰਚ ਗਈ ਹੈ। ਹੁਣ ਲਗਾਤਾਰ 17 ਮਹੀਨੇ ਹੋ ਚੁੱਕੇ ਨੇ ਜਦ 150 ਤੋਂ ਵੱਧ ਮੌਤਾਂ ਰਿਪੋਰਟ ਹੁੰਦੀਆਂ ਰਹੀਆਂ ਨੇ। ਜਾਨ ਗਵਾਉਣ ਵਾਲਿਆਂ 'ਚ ਵਧੇਰੇ ਗਿਣਤੀ 30 ਤੋਂ 59 ਸਾਲ ਵਿਚਾਲੇ ਦੇ ਪੁਰਸ਼ਾਂ ਦੀ ਦੱਸੀ ਗਈ ਹੈ। ਇਸ ਵਿੱਚ ਵਧੇਰੇ ਓਵਰਡੋਜ਼ ਸੰਬੰਧੀ ਮੌਤਾਂ 'ਚ ਫੈਂਟਨਿਲ ਦੇ ਨਸ਼ੇ ਨੂੰ ਕਾਰਨ ਦੱਸਿਆ ਗਿਆ। ਅੱਗੇ ਦੱਸਦੇ ਕਿ ਲੈਂਗਲੀ ਤੇ ਫਰੇਜ਼ਰ ਸਾਊਥ ਦੇ ਵਿੱਚ ਜਿਹੜੇ ਕੰਪਲੈਕਸ ਨੇ ਉਹਨਾਂ ਦੇ ਵਿੱਚ ਜਿਹੜੇ ਬੇਘਰ ਲੋਕ ਨੇ ਉਹਨਾਂ ਵਾਸਤੇ ਵੀ ਖਾਸ ਤੌਰ ਦੇ ਉੱਤੇ ਘਰ ਉਹਨਾਂ ਨੂੰ ਦਿੱਤੇ ਜਾਣਗੇ। ਜੀ ਹਾਂ, ਇਹ ਗੱਲ ਕਹੀ ਗਈ ਹੈ। ਔਰ ਖਾਸ ਤੌਰ ਦੇ ਉੱਤੇ ਜਿਹੜੇ ਮਾਨਸਿਕ ਸਿਹਤ ਜਾਂ ਫਿਰ ਕਿਸੇ ਹੋਰ ਐਡਿਕਸ਼ਨ ਕਰਕੇ ਘਰੋਂ ਬੇਘਰ ਹੋ ਚੁੱਕੇ ਨੇ ਜਾਂ ਜਿਨ੍ਹਾਂ ਦੇ ਬੇਘਰ ਹੋਣ ਦਾ ਖਤਰਾ ਹੈ ਉਹਨਾਂ ਵਾਸਤੇ ਖਾਸ ਤੌਰ ਦੇ ਉੱਤੇ ਇੱਕ ਘਰ ਜਿਹੜੇ ਉਸਾਰਨ ਦੀ ਗੱਲ ਕਹੀ ਗਈ ਹੈ। ਜਿਹੜੇ ਕੰਪਲੈਕਸ ਬਣਨਗੇ ਉਹਨਾਂ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਥਾਂ ਦਿੱਤੀ ਜਾਏਗੀ। 50 ਦੇ ਕਰੀਬ ਜਿਹੜੇ ਨੇ ਹੁਣ ਲਿਸਟ ਵਿੱਚ ਸ਼ਾਮਿਲ ਨੇ। ਦੱਸਦੇ ਕਿ ਸੂਬਾ ਸਰਕਾਰ ਦੇ ਬਜਟ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਤਰਜੀਹ ਦਿੱਤੀ ਗਈ ਸੀ। ਸੋ ਦੇਖਣਾ ਇਹ ਕਾਫੀ ਅਹਿਮ ਹੋਏਗਾ ਕਿ ਇਸ ਗੱਲ ਨੂੰ ਅਮਲੀ ਜਾਮਾ ਜਿਹੜਾ ਉਹ ਕਿਵੇਂ ਪਹਿਨਾਇਆ ਜਾਏਗਾ। BC ਲੈਂਗਲੀ ਤੇ ਫਰੇਜ਼ਰ ਸਾਊਥ ਦੇ ਵਿੱਚ ਮਾਨਸਿਕ ਸਿਹਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨਾਲ ਜੁੜੀਆਂ ਪੇਚੀਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਲੋਕ ਜਿਨ੍ਹਾਂ ਦੇ ਬੇਘਰ ਹੋ ਜਾਣ ਦਾ ਖਤਰਾ ਹੈ ਜਾਂ ਜੋ ਬੇਘਰੀ ਦਾ ਸਾਹਮਣਾ ਕਰ ਰਹੇ ਨੇ ਨੂੰ ਸੂਬਾ ਸਰਕਾਰ ਦੇ ਵੱਲੋਂ ਇਸ ਖੇਤਰ ਵਿੱਚ 50 ਕੰਪਲੈਕਸ ਕੇਅਰ ਰਿਹਾਇਸ਼ੀ ਸਥਾਨਾਂ ਦਾ ਵਾਧਾ ਕਰਨ ਦਾ ਲਾਭ ਹੋਵੇਗਾ। ਸੂਬਾ ਸਰਕਾਰ ਦੇ ਵੱਲੋਂ ਕੰਪਲੈਕਸ ਕੇਅਰ ਰਿਹਾਇਸ਼ ਦੀ ਸ਼ੁਰੂਆਤ ਵੈਨਕੂਵਰ, ਐਬਸਫਰਡ ਤੇ ਸਰੀ ਦੇ ਵਿੱਚ ਸਥਿਤ 100 ਸਥਾਨਾਂ ਦੇ ਨਾਲ ਇਸ ਸਾਲ ਜਨਵਰੀ ਦੇ ਵਿੱਚ ਕੀਤੀ ਗਈ ਸੀ। ਬਜਟ 2022 ਰਾਹੀਂ ਸੂਬਾ ਸਰਕਾਰ 500 ਤੱਕ ਸਥਾਨਾਂ ਨੂੰ ਮਦਦ ਦੇਣ ਦੇ ਲਈ ਅਗਲੇ 3 ਸਾਲਾਂ ਦੌਰਾਨ $164 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ, ਜਿਸ ਦੇ ਵਿੱਚ ਫਰੇਜ਼ਰ ਵੈਲੀ ਦੇ ਖੇਤਰ ਦੇ ਵਿੱਚ ਅੱਜ ਐਲਾਨ ਕੀਤੇ ਜਾਣ ਵਾਲੇ 50 ਸਥਾਨ ਸ਼ਾਮਿਲ ਨੇ। ਬਹੁਤ ਲੰਬੇ ਸਮੇਂ ਤੱਕ ਮਾਨਸਿਕ ਸਿਹਤ ਤੇ ਨਸ਼ਾਖੋਰੀ ਦੇ ਨਾਲ ਸੰਬੰਧਿਤ ਪੇਚੀਦਾ ਜ਼ਰੂਰਤਾਂ ਵਾਲੇ ਲੋਕ ਅਣਗੌਲਿਆ ਰਹਿ ਜਾਂਦੇ ਸਨ, ਜਿਸ ਦੇ ਨਾਲ ਅੱਗੇ ਚੱਲ ਕੇ ਅਕਸਰ ਘਰਾਂ 'ਚੋਂ ਬੇਦਖਲੀ ਕੀਤੇ ਜਾਣ, ਬੇਘਰੀ ਐਮਰਜੈਂਸੀ ਰੂਮ ਦੇ ਵਿੱਚ ਜਾਣ ਅਤੇ ਕਦੇ-ਕਦੇ ਜੇਲ੍ਹ ਜਾਣ ਦਾ ਵੀ ਚੱਕਰ ਸ਼ੁਰੂ ਹੋ ਜਾਂਦਾ ਹੈ। ਸ਼ੀਲਾ ਬਾਲਕਮਸਨ ਮਾਨਸਿਕ ਸਿਹਤ ਤੇ ਨਸ਼ਾਖੋਰੀ ਦੇ ਮੰਤਰੀ ਨੇ। ਉਹਨਾਂ ਕਿਹਾ ਕਿ ਇਹ ਨਵੀਂ ਪਹੁੰਚ ਹੈ ਯਾਨੀ ਨਵੀਂ ਪਹੁੰਚ ਹੈ। ਕੰਪਲੈਕਸ ਕੇਅਰ ਰਿਹਾਇਸ਼ਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹ ਸਹਾਇਤਾ ਸਾਧਨ ਹਾਸਲ ਹੋ ਸਕਣਗੇ ਜਿਨ੍ਹਾਂ ਦੀ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਘਰਾਂ 'ਚ ਲੋੜ ਹੈ। ਮੰਤਰਾਲੇ ਵੱਲੋਂ ਇਹ ਨਵੀਆਂ ਕੰਪਲੈਕਸ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਫਰੇਜ਼ਰ ਹੈਲਥ ਅਥਾਰਟੀ ਤੇ ਪ੍ਰੋਵਿੰਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀ ਦੇ ਨਾਲ ਭਾਈਵਾਲੀ ਕੀਤੀ ਜਾਏਗੀ। ਵੱਖ-ਵੱਖ ਥਾਵਾਂ ਤੱਕ ਸੇਵਾਵਾਂ ਫੈਲਾਉਣ ਵਾਲੇ ਮਾਡਲ ਦੀ ਵਰਤੋਂ ਕਰਕੇ ਹਰੇਕ ਸਥਾਨ ਦੀ ਲੋਕੇਸ਼ਨ ਸੰਭਾਵਤ ਕਲਾਇੰਟਾਂ, ਰਿਹਾਇਸ਼ ਪ੍ਰਦਾਨਕਰਤਾਵਾਂ ਤੇ ਦੇਖਭਾਲ ਟੀਮ ਦੇ ਉਦਯੋਗ ਨਾਲ ਤੈਅ ਕੀਤੀ ਜਾਏਗੀ। ਇਹਨਾਂ 50 ਸਥਾਨਾਂ ਤੋਂ ਇਲਾਵਾ ਫਰੇਜ਼ਰ ਸਾਊਥ ਤੇ ਲੈਂਗਲੀ ਦੇ ਵਿੱਚ ਕੰਪਲੈਕਸ ਕੇਅਰ ਰਿਹਾਇਸ਼ਾਂ ਵਿਚਲੇ ਕਲਾਇੰਟਾਂ ਨੂੰ ਸੇਵਾਵਾਂ ਦੇਣ ਲਈ ਸੂਬਾ ਸਰਕਾਰ 2 ਨਵੀਆਂ ਟੀਮਾਂ ਬਣਾ ਰਹੀ ਹੈ। ਲੈਂਗਲੀ ਵਿੱਚ ਇੱਕ ਨਵੀਂ ਅਸਰਟਿਵ ਕਮਿਊਨਿਟੀ ਟ੍ਰੀਟਮੈਂਟ ACT ਟੀਮ ਦੇ ਵੱਲੋਂ ਅਜਿਹੇ 25 ਬਾਲਗਾਂ ਨੂੰ
ਸਥਿਤੀ ਅਨੁਰੂਪ ਭਾਈਚਾਰਾ ਆਧਾਰਿਤ ਸਹਾਇਤਾ ਮੁਹੱਈਆ ਕਰਾਈ ਜਾਏਗੀ, ਜਿਨ੍ਹਾਂ ਨੂੰ ਗੰਭੀਰ ਲਗਾਤਾਰ ਜਾਰੀ ਮਾਨਸਿਕ ਸਿਹਤ ਰੋਗ ਜਿਨ੍ਹਾਂ ਕਰਕੇ ਉਹਨਾਂ ਲਈ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਪ੍ਰਬੰਧਨ ਕਰਨ ਦੇ ਵਿੱਚ ਮੁਸ਼ਕਿਲ ਆਉਂਦੀ ਹੈ। 2022 ਦੀਆਂ ਗਰਮੀਆਂ ਤੋਂ ਸ਼ੁਰੂ ਕਰਕੇ ਲੋਕਾਂ ਨੂੰ ਨਵੇਂ ਸਿਰਿਓਂ ਇੱਕ ਕਿਰਾਏ ਦੇ ਲਈ ਸੂਈਟ ਦੇ ਵਿੱਚ ਰੱਖਿਆ ਜਾਏਗਾ ਤੇ ਉਹਨਾਂ ਨੂੰ ਸੇਵਾਵਾਂ ਹਾਸਲ ਮੁੱਖ ਤੌਰ ਦੇ ਉੱਤੇ ਜਿਹੜੀਆਂ ਨੇ ਉਹ ਕਰਵਾਈਆਂ ਜਾਣਗੀਆਂ। ਸੇਵਾਵਾਂ ਵੱਖ-ਵੱਖ ਕਿਸਮ ਦੇ ਡਿਸਿਪਲਿਨ ਦੇ ਨਾਲ ਜੁੜੇ ਮਾਨਸਿਕ ਸਿਹਤ ਪ੍ਰੈਕਟੀਸ਼ਨਰਸ ਦੀ ਟੀਮ ਦੁਆਰਾ ਮੁਹੱਈਆ ਕਰਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਸਾਈਕੈਟ੍ਰਿਕਸ, ਸੋਸ਼ਲ ਵਰਕਰਸ, ਨਰਸਾਂ, ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਮਾਹਰ, ਪੀਅਰ ਸਪੋਰਟ ਵਰਕਰ ਤੇ ਵੋਕੇਸ਼ਨਲ ਮਾਹਰ ਸ਼ਾਮਲ ਹੋਣਗੇ, ਜੋ ਹਰ ਇੱਕ ਕਲਾਇੰਟ ਦੀ ਵਿਸ਼ੇਸ਼ ਜ਼ਰੂਰਤ ਦੇ ਮੁਤਾਬਕ ਢਾਲ ਕੇ ਉਸ ਨੂੰ ਸਹਾਇਤਾ ਪ੍ਰਦਾਨ ਕਰਾਂਗੇ। ਫਰੇਜ਼ਰ ਸਾਊਥ ਖੇਤਰ ਦੇ ਲਈ ਇੱਕ ਨਵੀਂ ਫੋਰੈਂਸਿਕ ਅਸਰਟਿਵ ਕਮਿਊਨਿਟੀ ਟ੍ਰੀਟਮੈਂਟ ਟੀਮ ਬਣਾਉਣਾ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਉਲਝੇ ਮਾਨਸਿਕ ਸਿਹਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੀਆਂ ਗੰਭੀਰ ਚੁਣੌਤੀਆਂ ਵਾਲੇ ਲੋਕਾਂ ਦੀ ਮਦਦ ਕਰਨ ਲਈ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਬਹੁਤ ਲੰਬੇ ਸਮੇਂ ਤੱਕ ਉਹਨਾਂ ਕਿਹਾ ਕਿ ਸਾਡੇ ਭਾਈਚਾਰੇ ਵਿਚਲੇ ਮਾਨਸਿਕ ਸਿਹਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੀਆਂ ਗੰਭੀਰ ਚੁਣੌਤੀਆਂ ਵਾਲੇ ਲੋਕ ਅਣਗੌਲੇ ਰਹਿ ਰਹੇ ਨੇ, ਜਿਨ੍ਹਾਂ ਲਈ ਖਾਸ ਤੌਰ ਦੇ ਉੱਤੇ ਇਹ ਦੇਖਭਾਲ ਮੁਹੱਈਆ ਕਰਵਾਉਣਾ ਸਾਡੀ ਤਰਜੀਹ ਤੇ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੱਸਦੀ ਹੈ ਕਿ ਜੌਬਸ ਮਿਨਿਸਟਰ ਰਵੀ ਕਾਲੋ ਦੇ ਵੱਲੋਂ ਇਸ ਵਾਰ ਦੌਰਾ ਕੀਤਾ ਜਾ ਰਿਹਾ ਹੈ ਔਰ ਯੂਨਾਈਟਿਡ ਸਟੇਟਸ ਤੇ ਹੋਰ ਥਾਵਾਂ ਦੇ ਉੱਤੇ ਉਹ ਦੌਰੇ ਤੇ ਨੇ। 3 ਦਿਨਾਂ ਦੇ ਇਸ ਦੌਰੇ ਦੌਰਾਨ ਉਹਨਾਂ ਨੇ ਸਟਰੋਂਗ BC ਯੋਜਨਾ ਨੂੰ ਕਾਫੀ ਜ਼ਿਆਦਾ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਅਜਿਹੇ ਮਾਹੌਲ ਦੇ ਵਿੱਚ ਟ੍ਰੇਡ ਮਿਸ਼ਨ ਬਹੁਤ ਇੰਪੋਰਟੈਂਟ ਚੀਜ਼ ਹੈ, ਸੋ ਯੂਨਾਈਟਿਡ ਸਟੇਟ ਜਾਂ ਹੋਰ ਥਾਵਾਂ ਤੇ ਜਿੱਥੇ ਵੀ ਉਹ ਦੌਰਾ ਕਰਨਗੇ ਉੱਥੇ ਇਸ ਸੰਬੰਧੀ ਗੱਲਬਾਤ ਜਿਹੜੀ ਜਾਰੀ ਰਹੇਗੀ ਤੇ ਅੱਗੇ ਆਰਥਿਕਤਾ ਨੂੰ ਹੋਰ ਵੀ ਇਸ ਨਾਲ ਹੁਲਾਰਾ ਜਿਹੜਾ ਉਹ ਦਿੱਤਾ ਜਾਏਗਾ। ਰੋਜ਼ਗਾਰ, ਆਰਥਿਕ ਮੁੜ ਬਹਾਲੀ ਤੇ ਨਵੀਨਕਾਰੀ ਦੇ ਮੰਤਰੀ ਰਵੀ ਕਾਲੋ 3 ਦਿਨਾਂ ਦੇ ਦੌਰੇ ਤੇ ਨੇ। BC ਦੇ ਲਈ ਨਵੇਂ ਅਫਸਰਾਂ ਦੀ ਤਲਾਸ਼ ਕਰਨ ਦੇ ਲਈ ਪੋਰਟਲੈਂਡ ਤੇ ਸੈਨ ਫਰਾਂਸਿਸਕੋ ਪਹੁੰਚੇ ਹੋਏ ਨੇ, ਜਿੱਥੇ ਉਹਨਾਂ ਟ੍ਰੇਡ ਮਿਸ਼ਨ ਸੰਬੰਧੀ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ 2 ਸਾਲ ਤੋਂ ਵੱਧ ਸਮੇਂ ਦੌਰਾਨ ਪਹਿਲੀ ਵਾਰ ਯੂਨਾਈਟਿਡ ਸਟੇਟਸ ਜਾ ਕੇ BC ਦੇ ਵਿੱਚ ਮੌਜੂਦ ਆਰਥਿਕ ਅਫਸਰਾਂ ਨੂੰ ਉਭਾਰ ਕੇ ਪੇਸ਼ ਕਰ ਸਕਣ ਦੀ ਉਹਨਾਂ ਨੂੰ ਕਾਫੀ ਖੁਸ਼ੀ ਹੈ। ਇਸ ਮਹਾਮਾਰੀ ਨੇ ਸਾਡੇ ਸਾਹਮਣੇ ਕਈ ਤਰੀਕਿਆਂ ਦੇ ਨਾਲ ਚੁਣੌਤੀਆਂ ਪੇਸ਼ ਕੀਤੀਆਂ ਨੇ, ਜਿਸ ਵਿੱਚ ਸਾਡੇ ਪ੍ਰਮੁੱਖ ਕੌਮਾਂਤਰੀ ਭਾਈਵਾਲਾਂ ਦੇ ਨਾਲ ਸਾਡੇ ਆਰਥਿਕ ਰਿਸ਼ਤਿਆਂ ਨੂੰ ਮਜ਼ਬੂਤ ਤੇ ਵਿਕਸਿਤ ਕਰਨ ਦੇ ਲਈ ਆਮੋ ਸਾਹਮਣੇ ਮੁਲਾਕਾਤ ਕਰ ਸਕਣਾ ਵੀ ਸ਼ਾਮਿਲ ਹੈ। ਇਸ ਟ੍ਰੇਡ ਮਿਸ਼ਨ ਦੇ ਨਾਲ BC ਦੀ ਮੌਜੂਦਗੀ ਤੇ ਮਜ਼ਬੂਤ ਸ਼ੋਹਰਤ ਦੇ ਨਾਲ ਉਹਨਾਂ ਕਿਹਾ ਹੈ ਕਿ ਕਈ ਚੀਜ਼ਾਂ ਵੱਲ ਇਸ ਵੇਲੇ ਧਿਆਨ ਦੇਣ ਦੀ ਲੋੜ ਹੈ, ਜਿਸ ਵਿੱਚ ਕਈ ਨਵੇਂ ਤਰੀਕਿਆਂ ਤੇ ਵਿਚਾਰ ਵੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਇਸ ਮੌਕੇ 2021 ਦੇ ਵਿੱਚ 1 ਲੱਖ ਤੋਂ ਵੱਧ ਨੌਕਰੀਆਂ ਦਾ ਇਜ਼ਾਫਾ ਕਰਨ ਦੇ ਨਾਲ BC ਕੈਨੇਡਾ ਦੀ ਆਰਥਿਕ ਮੁੜ ਬਹਾਲੀ ਵਿੱਚ ਅਗਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਹਾਲੇ ਸ਼ੁਰੂਆਤ ਹੀ ਕੀਤੀ ਹੈ ਤੇ ਅਸੀਂ ਨਵੇਂ ਰੂਪ ਦੇ ਵਿੱਚ ਜਲਵਾਯੂ ਪਰਿਵਰਤਨ ਦੇ ਨਾਲ ਸੰਘਰਸ਼ ਕਰਨ ਦੇ ਵਿੱਚ ਅਤੇ ਇੱਕ ਅਜਿਹੀ ਆਰਥਿਕਤਾ ਜਿਸ ਦਾ ਸਭ ਨੂੰ ਲਾਭ ਮਿਲੇ ਦਾ ਨਿਰਮਾਣ ਕਰਨ ਦੇ ਵਿੱਚ ਸੰਸਾਰ ਭਰ ਵਿੱਚ ਮੋਹਰੀ ਬਣੇ ਰਹਿਣ ਲਈ ਨਵੇਂ ਤਰੀਕਿਆਂ ਤੇ ਵਿਚਾਰ ਕਰ ਰਹੇ ਹਾਂ। ਇਸ 3 ਦਿਨਾਂ ਦੌਰੇ ਦੇ ਦੌਰਾਨ ਉਹਨਾਂ ਕਿਹਾ ਹੈ ਕਿ ਮੈਂ ਕਾਫੀ ਥਾਂ ਤੇ ਜਾਵਾਂਗਾ। ਸਟਰੋਂਗਰ BC ਆਰਥਿਕ ਯੋਜਨਾ ਨੂੰ ਪੇਸ਼ ਕੀਤਾ ਜਾਏਗਾ। ਇਹ ਯੋਜਨਾ ਦਰਸਾਉਂਦੀ ਹੈ ਕਿ ਸਾਡੇ ਸੂਬੇ ਦੇ ਮੁਤਾਬਕ ਅਸਮਾਨਤਾ ਤੇ ਜਲਵਾਯੂ ਸੰਕਟ ਵਰਗੀਆਂ ਕੁਝ ਸਭ ਤੋਂ ਵੱਡੀਆਂ ਚੁਣੌਤੀਆਂ ਨੇ, ਜਿਨ੍ਹਾਂ ਦਾ ਇਸ ਵੇਲੇ ਬਹੁਤ ਸਾਰੇ ਇਲਾਕਿਆਂ ਸਾਹਮਣੇ ਕਰ ਰਹੇ ਨੇ। ਉਹਨਾਂ ਦੇ ਨਾਲ ਨਜਿੱਠਣ ਲਈ ਅਸੀਂ ਤਿਆਰ ਹਾਂ। ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਯੋਜਨਾ ਦੇ ਨਾਲ ਸਾਡਾ ਸੂਬਾ ਅੱਗੇ ਵਧ ਰਿਹਾ ਹੈ, ਕਿਉਂਕਿ ਇਸ ਯੋਜਨਾ ਰਾਹੀਂ BC ਸਭ ਤੋਂ ਵਿਸ਼ਾਲ ਸਰੋਤ ਇਸ ਦੇ ਲੋਕਾਂ ਦੇ ਵਿੱਚ ਜਿਹੜਾ ਉਹ ਨਿਵੇਸ਼ ਕਰ ਰਿਹਾ ਹੈ। ਇਹਨਾਂ ਨਹੀਂ, ਉਹਨਾਂ ਕਿਹਾ ਕਿ ਪੋਰਟਲੈਂਡ ਦੇ ਵਿੱਚ ਮੈਂ ਦੁਨੀਆ ਦੇ ਵਿੱਚ ਮੋਹਰੀ ਸਥਾਨ ਰੱਖਦੇ BC ਦੇ ਮਾਸ ਟਿੰਬਰ ਉਦਯੋਗ ਨੂੰ ਇੱਕ ਕੌਮਾਂਤਰੀ ਮਾਸ ਟਿੰਬਰ ਕਾਨਫਰੰਸ ਦੇ ਵਿੱਚ ਉਭਾਰਾਂਗਾ, ਜਿਸ ਰਾਹੀਂ ਪੂਰੀ ਦੁਨੀਆ ਦੇ ਵਿੱਚ ਉਦਯੋਗਿਕ ਮਾਹਰਾਂ ਤੇ ਨਿਵੇਸ਼ ਦਾ ਆਪਸ ਦੇ ਵਿੱਚ ਮੇਲ-ਜੋਲ ਵੀ ਪੈਦਾ ਕੀਤਾ ਜਾਏਗਾ। ਸੈਨ ਫਰਾਂਸਿਸਕੋ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਜਿਹੜੀ ਸ਼ੁੱਧ ਟੈਕਨੋਲੋਜੀ ਹੈ, ਖੇਤੀਬਾੜੀ ਟੈਕਨੋਲੋਜੀ ਅਤੇ ਉੱਭਰ ਰਹੇ ਮੈਟਾਵਰਸ ਖੇਤਰ ਦੇ ਮੋਹਰੀ ਲੋਕਾਂ ਤੇ ਨਿਵੇਸ਼ਕਾਂ ਦੇ ਨਾਲ ਮੁਲਾਕਾਤਾਂ ਕਰਾਂਗੇ ਤੇ ਤਾਂ ਕਿ ਸਾਡੇ ਵਪਾਰਕ ਨਿਵੇਸ਼ ਨਾਲ ਜੁੜੇ ਰਿਸ਼ਤਿਆਂ ਦਾ ਦਾਇਰਾ ਵੀ ਵਧਾਇਆ ਜਾ ਸਕੇ। 3 ਦਿਨ ਉਹਨਾਂ ਕਿਹਾ ਕਿ ਦੌਰੇ ਤੇ ਨੇ ਅਤੇ ਸਟਰੋਂਗ BC ਆਰਥਿਕ ਯੋਜਨਾ ਰਾਹੀਂ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਲਈ BC ਦੀ ਰਣਨੀਤੀ ਬਾਰੇ ਵੀ ਗੱਲ ਕੀਤੀ ਜਾਏਗੀ। ਇਸ ਯੋਜਨਾ ਨਾਲ ਹੀ ਨਵੀਨਕਾਰੀ ਨੂੰ ਪ੍ਰੋਤਸਾਹਨ ਦੇਣ ਦੇ ਲਈ, ਹੁਨਰਮੰਦੀ ਤੇ ਨਿਵੇਸ਼ ਕਰਨ ਦੇ ਨਾਲ ਅਤੇ ਜਲਵਾਯੂ ਲਈ ਸਾਡੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੇ ਨਾਲ ਅਲਪ ਕਾਰਬਨ ਆਰਥਿਕਤਾ ਦੇ ਲਿਹਾਜ਼ ਦੇ ਨਾਲ BC ਨੇ ਇੱਕ ਵਿਸ਼ਵ ਪੱਧਰੀ ਆਗੂ ਦਾ ਰੁਤਬਾ ਹਾਸਲ ਕਰ ਲਿਆ ਹੈ। ਦੱਸਦੇ ਹੈ ਕਿ BC ਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਇਸ ਸਮੇਂ ਅਹਿਮ ਪਲ ਦੇ ਵਿੱਚੋਂ ਲੰਘ ਰਹੇ ਹਾਂ, ਜਿਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਆਰਥਿਕ ਤੌਰ ਦੇ ਉੱਤੇ ਉਹਨਾਂ ਦਾ ਵਿਕਾਸ ਕਰਨਾ ਸਾਡੀ ਤਰਜੀਹ ਹੈ। BC ਦੀਆਂ ਸ਼ਕਤੀਆਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਵੀ ਇਸ ਯੋਜਨਾ ਦਾ ਮੁੱਖ ਹਿੱਸਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਹੋ ਸਕਦਾ ਹੈ ਕਿ ਵੈਨਕੂਵਰ ਵਾਸੀਆਂ ਦੇ ਉੱਤੇ ਜਿਹੜਾ ਹੈ ਉਹ ਟੈਕਸ ਹੋਰ ਵੱਧ ਸਕਦਾ ਹੈ, ਕਿਉਂਕਿ ਇਸ ਵੇਲੇ ਕਈ ਮੁੱਦੇ ਰੁਕੇ ਹੋਏ ਨੇ, ਜਿਸ ਦੇ ਲਈ ਖਾਸ ਕਰਕੇ ਡਰਾ ਜਿਹੜੇ ਕੱਢੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਪੁਲਿਸ ਦਾ ਜਿਹੜਾ ਖਰਚਾ ਹੈ ਉਹ ਵੀ ਇੱਥੇ ਕਾਫੀ ਜ਼ਿਆਦਾ ਅਹਿਮੀਅਤ ਰੱਖ ਰਿਹਾ ਹੈ, ਜਿਸ ਸੰਬੰਧੀ ਲਗਾਤਾਰ ਗੱਲਬਾਤ ਵੀ ਕੀਤੀ ਜਾ ਰਹੀ ਸੀ। ਵਿਸਥਾਰ ਦੇ ਨਾਲ ਦੇਖਦੇ ਹਾਂ ਤੇ ਸਮਝਦੇ ਹਾਂ ਆਖਿਰਕਾਰ ਇਹ ਮੁੱਦਾ ਹੈ ਕੀ ਹੈ। ਕੀ ਵੈਨਕੂਵਰ ਨਿਵਾਸੀਆਂ ਲਈ ਇੱਕ ਹੋਰ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਹੋ ਸਕਦਾ ਹੈ? ਇਹ ਇੱਕ ਸਵਾਲ ਹੈ ਜੋ ਸਿਟੀ ਕੌਂਸਲ ਦੇ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਵੈਨਕੂਵਰ ਪੁਲਿਸ ਵਿਭਾਗ ਦੇ ਬਜਟ ਨੂੰ ਬਹਾਲ ਕਰਨ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਵਿਕਲਪਾਂ ਦੀ ਖੋਜ ਕਰਦਾ ਹੈ। VPD ਨੇ 2021 ਦੇ ਬਜਟ ਵਿੱਚ ਪੁਲਿਸ ਫੰਡਾਂ ਵਿੱਚ ਵਾਧਾ ਨਾ ਕਰਨ ਤੇ ਕੌਂਸਲ ਦੁਆਰਾ 2020 ਦੇ ਫੈਸਲੇ ਉੱਤੇ ਆਪਣੀ ਅਪੀਲ ਜਿੱਤ ਲਈ ਹੈ। ਸੂਬੇ ਦੇ ਪੁਲਿਸ ਸੇਵਾ ਦੇ ਡਾਇਰੈਕਟਰ ਨੇ ਮਾਰਚ ਵਿੱਚ ਪੁਲਿਸ ਦਾ ਸਾਥ ਦਿੱਤਾ ਤੇ ਸ਼ਹਿਰ ਨੂੰ ਇੱਕ ਪਿਛਲਾ ਬਜਟ ਵਾਧੇ ਲਈ 5.7 ਬਿਲੀਅਨ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਹੁਣ ਮੰਗਲਵਾਰ ਯਾਨੀ ਅੱਜ ਕੌਂਸਲ ਸਾਹਮਣੇ ਜਾਣ ਵਾਲੀ ਇੱਕ ਰਿਪੋਰਟ ਵਿੱਚ ਘਾਟੇ ਵਿੱਚ ਜਾਣ ਤੋਂ ਬਿਨਾਂ ਇਸ ਨੂੰ ਕਿਵੇਂ ਪੂਰਾ ਕਰਨਾ ਹੈ ਬਾਰੇ ਕੁਝ ਸੁਝਾਅ ਜਿਹੜੇ ਨੇ ਉਹਨਾਂ ਦੀ ਰੂਪਰੇਖਾ ਦਿੱਤੀ ਗਈ ਹੈ, ਕਿਉਂਕਿ ਆਖਰੀ 2022 ਪ੍ਰਾਪਰਟੀ ਟੈਕਸ ਦੀਆਂ ਦਰਾਂ ਨੂੰ ਅਜੇ ਤੱਕ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ। ਕੌਂਸਲ ਦੇ ਸਾਹਮਣੇ ਜਾਣ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੌਂਸਲ ਦੇ ਕੋਲ 2022 ਦੇ ਸੰਚਾਲਨ ਬਜਟ ਵਿੱਚ ਸੋਧ ਕਰਨ ਤੇ ਪ੍ਰਾਪਰਟੀ ਟੈਕਸ ਲੈਵੀ ਨੂੰ ਵਧਾ ਕੇ ਖਰਚੇ ਨੂੰ ਫੰਡ ਕਰਨ ਦਾ ਵਿਕਲਪ ਵੀ ਹੈ, ਜਿਵੇਂ ਕਿ ਜਨਤਕ ਸੁਰੱਖਿਆ ਦੇ ਖਰਚੇ ਲਗਭਗ ਵਿਸ਼ੇਸ਼ ਤੌਰ ਤੇ ਪ੍ਰਾਪਰਟੀ ਟੈਕਸਾਂ ਤੋਂ ਫੰਡ ਕੀਤੇ ਜਾਂਦੇ ਨੇ। $5.7 ਮਿਲੀਅਨ ਦੇ VPD ਬਜਟ ਵਿੱਚ ਵਾਧਾ ਲਗਭਗ 0.6% ਦੇ ਪ੍ਰਾਪਰਟੀ ਟੈਕਸ ਵਾਧੇ ਜਾਂ ਹੋਰ ਬਜਟ ਖਰਚਿਆਂ ਦੇ ਅਨੁਸਾਰ ਕਟੌਤੀ ਦੇ ਬਰਾਬਰੀ ਹੋਵੇਗਾ। ਸਿਟੀ ਆਫ ਵੈਨਕੂਵਰ ਨੇ ਪਹਿਲਾਂ 2022 ਲਈ ਪ੍ਰਾਪਰਟੀ ਟੈਕਸ ਦੀ ਦਰ ਨੂੰ 6.35% ਤੇ ਬੈਠਣ ਲਈ ਮਨਜ਼ੂਰੀ ਦਿੱਤੀ ਸੀ, ਜੋ ਕਿ ਜਲਵਾਯੂ ਪਹਿਲਕਦਮੀਆਂ ਤੇ ਪੁਲਿਸ ਤੇ ਜਨਤਕ ਸੁਰੱਖਿਆ ਦੇ ਖਰਚਿਆਂ ਸਮੇਤ ਕਈ ਕਾਰਨਾਂ ਦੇ ਨਤੀਜੇ ਵਜੋਂ ਪ੍ਰਸਤਾਵਿਤ ਤੋਂ ਵਾਧਾ ਹੈ। ਪ੍ਰਾਪਰਟੀ ਟੈਕਸਾਂ ਨੂੰ ਦੁਬਾਰਾ ਵਧਾਉਣ ਦਾ ਪ੍ਰਸਤਾਵ 30 ਅਪ੍ਰੈਲ ਤੋਂ ਪਹਿਲਾਂ ਬਹੁਮਤ ਦੁਆਰਾ ਪਾਸ ਕਰਨਾ ਹੋਵੇਗਾ, ਜੋ ਕਿ ਵੈਨਕੂਵਰ ਚਾਰਟਰ ਦੇ ਤਹਿਤ ਅਨੁਮਾਨ ਜਮ੍ਹਾਂ ਕਰਨ ਦੀ ਆਖਰੀ ਮਿਤੀ ਹੈ। ਹਾਲਾਂਕਿ ਰਿਪੋਰਟ ਦੱਸਦੀ ਹੈ ਕਿ ਰਿਜ਼ਰਵ ਦੇ ਵਿੱਚ ਮੌਜੂਦਾ ਰਕਮ ਲਗਭਗ $33 ਮਿਲੀਅਨ ਹੈ, ਜੋ ਕਿ 100 ਮਿਲੀਅਨ ਤੇ $200 ਮਿਲੀਅਨ ਦੇ ਵਿਚਕਾਰ ਦੇ ਟੀਚੇ ਦੇ ਪੱਧਰ ਤੋਂ ਘੱਟ ਹੈ। ਰਿਜ਼ਰਵ ਫੰਡ ਅਨੁਚਿਤ ਐਮਰਜੈਂਸੀ ਲਈ ਸਥਾਪਿਤ ਕੀਤਾ ਗਿਆ ਤੇ ਰਿਪੋਰਟ ਦੱਸਦੀ ਹੈ ਕਿ 2023 ਦੇ ਬਜਟ ਲਈ ਸਥਾਈ ਫੰਡਿੰਗ ਦੀ ਲੋੜ ਪਵੇਗੀ। ਸਿਟੀ ਕੌਂਸਲਰ ਜੇਨ ਸਵੈਨਸਨ ਦਾ ਕਹਿਣਾ ਹੈ ਕਿ ਉਹ ਵਾਧੇ ਨੂੰ ਦੁਬਾਰਾ ਰੱਦ ਕਰਨ ਲਈ ਇੱਕ ਮਤਾ ਪੇਸ਼ ਕਰਨ। ਸਵੈਨਸਨ ਇਹ ਚਾਹੁੰਦੇ ਨੇ ਕਿ ਮੇਅਰ ਕੈਨੇਡੀ ਸਟੀਵਰਟ BC ਨੂੰ ਇੱਕ ਪੱਤਰ ਲਿਖਣ। ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਇਸ ਬਾਰੇ ਸਪਸ਼ਟੀਕਰਨ ਮੰਗਣ ਲਈ ਕਿ ਮਿਊਨਿਸਪੈਲਿਟੀਆਂ ਨੂੰ ਪੁਲਿਸ ਬਜਟ ਦੀ ਨਿਗਰਾਨੀ ਕਰਨ ਵਿੱਚ ਕੋਈ ਭੂਮਿਕਾ ਹੈ ਜਾਂ ਉਹ ਭੁਗਤਾਨ ਕਰਦੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਦੱਸਦੇ ਕਿ ਇਸ ਵੇਲੇ ਇਮੀਗ੍ਰੇਸ਼ਨ ਸਭ ਤੋਂ ਵੱਡਾ ਮੁੱਦਾ ਹੈ। ਇਮੀਗ੍ਰੇਸ਼ਨ ਸੰਬੰਧੀ ਬਜਟ ਦੇ ਵਿੱਚ, ਫੈਡਰਲ ਬਜਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ। ਸਕਿੱਲ ਵਰਕਰ ਜਿਹੜੇ ਨੇ ਉਹਨਾਂ ਨੂੰ ਭਰਤੀ ਕਰਨ ਦੀ ਗੱਲ ਕਹੀ ਗਈ ਹੈ, ਪਰ ਇਸ ਵੇਲੇ ਇਮੀਗ੍ਰੇਸ਼ਨ ਮਹਿੰਗੀ ਹੋ ਰਹੀ ਹੈ, ਕਿਉਂਕਿ ਇਹ ਗੱਲ ਜਦੋਂ ਦੀ ਸਾਹਮਣੇ ਆਈ ਹੈ ਕਿ 30 ਅਪ੍ਰੈਲ ਤੋਂ ਜਿਹੜੇ PR ਲਈ ਅਰਜ਼ੀਆਂ ਲਗਾਉਣਗੇ ਉਹਨਾਂ ਨੂੰ ਹੁਣ ਵੱਧ ਫੀਸ ਜਿਹੜੀ ਹੈ ਅਦਾ ਕਰਨੀ ਪਏਗੀ। ਹਰ ਕੈਟਾਗਰੀ ਦੇ ਵਿੱਚ ਇਹ ਫੀਸ ਵਧਾਈ ਗਈ ਹੈ। ਇਸ ਸੰਬੰਧੀ MP ਸੁਖਤਾਲੀਵਾਲ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ ਸਵੇਰ ਦੇ ਸ਼ੋਅ ਦੇ ਵਿੱਚ। ਦੇਖਦੇ ਹਾਂ ਕਿ ਉਹ ਇਸ ਸੰਬੰਧੀ ਕੀ ਕੁਝ ਜਾਣਕਾਰੀ ਦਿੰਦੇ ਨਜ਼ਰ ਆਏ। ਜਿਹੜੀ ਫੀਸ ਦਾ ਸਿਸਟਮ ਹੈਗਾ, ਹਾਂਜੀ, ਇਹ ਜਿਹੜੇ ਬੇਸਡ ਔਨ ਜਿਹੜੇ ਉਹਨਾਂ ਦੇ ਨੰਬਰਸ ਹੈਗੇ ਵੀ ਕਿੰਨਾ ਕੁ ਪ੍ਰੋਸੈਸਿੰਗ ਲਈ ਜਿਹੜਾ ਹੈਗਾ ਉਹ ਲੱਗਦਾ ਹੈਗਾ, ਉਹਦੇ ਹਿਸਾਬ ਦੇ ਨਾਲ ਜਿਹੜੀਆਂ ਫੀਸ ਹੈਗੀਆਂ ਨੇ ਉਹ ਡਿਪਾਰਟਮੈਂਟ ਸੈੱਟ ਕਰਦਾ। ਪਰ ਮੋਸਟ ਇੰਪੋਰਟੈਂਟ ਥਿੰਗ ਇਹ ਹੈਗੀ ਆ ਕਿ ਅਸੀਂ ਜਿਹੜੇ ਪ੍ਰੋਗਰਾਮ ਹੈਗੇ ਨੇ ਤਾਂ ਕਿ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਜਾਂ ਸਟੂਡੈਂਟਸ ਆਉਂਦੇ ਨੇ, ਅਸੀਂ ਮੇਕ ਸ਼ੋਰ ਕਰੀਏ ਕਿ ਜਾਂ ਸਾਡੀ ਜਿਹੜੀ ਫੈਮਿਲੀ ਰੀਜੂਨੀਫਿਕੇਸ਼ਨ ਆ, ਇਕਨੋਮਿਕ ਰੀਜੂਨੀਫਿਕੇਸ਼ਨ ਆ, ਵੀ ਕਿਸ ਤਰੀਕੇ ਨਾਲ ਅਸੀਂ ਰਿਸੋਰਸਿਸ ਜਿਹੜੇ ਨੇ ਉਹ ਵਿੱਚ ਪੁੱਟ ਟੂਗੈਦਰ ਕਰੀਏ ਤਾਂ ਕਿ ਜਿਹੜਾ ਹੈ ਫਿਊਚਰ ਦੇ ਵਿੱਚ ਇਹ ਜਿਹੜੀ ਪ੍ਰੋਸੈਸ ਆ ਸਮੂਥ ਹੋ ਜਾਏ। ਜੀ ਜੀ। ਅੱਜ ਆਪਾਂ ਜਦੋਂ ਦੇਖ ਰਹੇ ਹਾਂ ਨਾ ਸ਼ਾਇਦ ਜੀ ਵੀ 900,000 ਤੋਂ ਉੱਤੇ ਤਕਰੀਬਨ 9,62,000 1 ਮਿਲੀਅਨ ਦੇ ਕਰੀਬ ਜਿਹੜੀਆਂ ਜੌਬਸ ਨੇ ਨਾ ਉਹਦੀ ਸ਼ਾਰਟੇਜ ਆ ਇਸ ਵੇਲੇ, ਵਰਕਰ ਦੀ ਸ਼ਾਰਟੇਜ ਹੈਗੀ। ਕਿਉਂਕਿ ਜਦੋਂ ਆਪਾਂ ਕੈਨੇਡਾ ਦੀ ਆਬਾਦੀ ਦੇਖਦੇ ਹਾਂ, ਕੈਨੇਡਾ ਦੀ ਆਬਾਦੀ ਤਾਂ ਵਧਣੀ ਨਹੀਂ, ਮਤਲਬ ਜਿਹੜੀ ਆ ਜੇ ਆਪਾਂ ਗਰੋਥ ਜਿਹੜੀ ਆ ਉਹ ਇੱਥੋਂ ਤਾਂ ਇਨਫੈਕਟ ਨੈਗੇਟਿਵ ਗਰੋਥ ਹੈ। ਜਦੋਂ ਨੈਗੇਟਿਵ ਹੋਵੇ ਤਾਂ ਸਾਨੂੰ ਇੱਕੋ ਤਰੀਕੇ ਨਾਲ ਅਸੀਂ ਜਿਹੜੀ ਹੈ ਸਸਟੇਨ ਕਰ ਸਕਦੇ ਹਾਂ, ਉਹ ਹੈਗੀ ਹੈ ਇਮੀਗ੍ਰੇਸ਼ਨ। ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਜਿਹੜੇ ਸਾਡੇ ਮੰਤਰੀ ਹੈਗੇ ਆ, ਉਹਨਾਂ ਨੇ ਬੜੇ ਆਪਟੀਮਿਸਟਿਕਲੀ ਜਿਹੜੀ ਨੇ ਜਿਹੜੇ ਬੜੇ ਟਾਰਗੇਟ ਸੈੱਟ ਕੀਤੇ ਆ, ਜਿਹਦੇ ਵਿੱਚ ਜੇ ਪਿਛਲੇ ਸਾਲ ਦੇਖਿਆ ਜਾਵੇ 4,05,000 ਦੇ ਕਰੀਬ ਇਮੀਗ੍ਰੈਂਟ ਆਏ। ਅੱਜ ਤਾਂ ਵੱਡੀ ਗਿਣਤੀ ਹੈਗੀ ਆ ਇਹ। ਮੈਂ ਦੇਖਦਾ ਜਦੋਂ ਪਹਿਲੀ ਵਾਰ ਮੈਂ ਇਲੈਕਟ ਹੋਇਆ ਤਕਰੀਬਨ 2.25 ਲੱਖ ਤੋਂ ਲੈ ਕੇ 2.5 ਲੱਖ ਦੇ ਕਰੀਬ ਜਿਹੜੇ ਸੀਗੇ ਉਹ ਆਉਂਦੇ ਹੁੰਦੇ ਸੀ। 4,05,000 ਐਤਕੀ ਦੇ ਸਾਲ ਦੇ ਮੇਰੇ ਖਿਆਲ 4,32,000 ਆ, ਅਗਲੇ ਸਾਲ 4,52,000, ਫਿਰ ਉਦੋਂ ਅਗਲੇ 2024 ਦੇ ਵਿੱਚ 4,55,000 ਜਿਹੜੇ ਨੇ ਉਹ ਇਮੀਗ੍ਰੈਂਟਸ ਲਿਆਉਣੇ ਜਿਹੜੇ ਆ ਉਹ ਤੈਅ ਕੀਤੇ ਹੈਗੇ ਆ, ਤਾਂ ਕਿ ਜਿਹੜੀ ਇਸ ਵੇਲੇ ਸ਼ਾਰਟੇਜ ਹੈਗੀ ਲੇਬਰ ਦੀ ਉਹਨੂੰ ਅਸੀਂ ਜਿਹੜਾ ਉਹ ਪੂਰਾ ਕਰ ਸਕੀਏ। ਜਿਹਦੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੋਸਤੋ, ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਜੀ। ਇੱਕ ਖਬਰ ਤਾਂ ਇਹ ਆ ਰਹੀ ਹੈ ਕਿ ਜਿਹੜੀ ਫੂਡ ਇੰਡਸਟਰੀ ਹੈ ਨਾ, ਉਹ ਐਡਜਸਟ ਕਰ ਰਹੀ ਹੈ ਆਪਣੇ ਆਪ ਨੂੰ, ਕਿਉਂਕਿ ਇੱਕ ਕਾਫੀ ਵੱਡੀ ਆਊਟਬ੍ਰੇਕ ਹੋ ਰਹੀ ਹੈ ਏਵੀਅਨ ਫਲੂ, ਜਿਹਨੂੰ ਬਰਡ ਫਲੂ ਵੀ ਕਿਹਾ ਜਾਂਦਾ, ਅਰਾਊਂਡ ਦਾ ਵਰਲਡ ਐਕਚੁਅਲੀ ਉਹ ਵਾਪਰ ਰਿਹਾ। ਅਲਬਰਟਾ ਇਕੱਲੇ ਦੇ ਵਿੱਚ ਜੀ 1,60,000 66,000 ਬਰਡ ਜਿਹੜੇ ਆ ਉਹ ਇਹਦੇ ਨਾਲ ਮਰ ਚੁੱਕੇ ਨੇ ਜਾਂ ਮਾਰੇ ਜਾ ਚੁੱਕੇ ਨੇ। ਇਹ H5N1 ਫਲੂ ਸਟ੍ਰੇਨ ਆ ਔਰ ਇਹ 2021 ਦੇ ਅਖੀਰ ਤੋਂ ਕੈਨੇਡਾ ਦੇ ਵਿੱਚ ਹੈਗਾ ਆ। ਐਗਰੀਕਲਚਰ ਤੇ ਐਗਰੀ ਫੂਡ ਕੈਨੇਡਾ ਵਾਲੇ ਕਹਿ ਰਹੇ ਜੀ ਵੀ ਫੂਡ ਇੰਡਸਟਰੀ ਨੂੰ ਐਡਜਸਟਮੈਂਟਸ ਕਰਨੀਆਂ ਪੈ ਰਹੀਆਂ ਨੇ ਤਾਂ ਕਿ ਉਹ ਪੋਲਟਰੀ ਦਾ ਤੇ ਐਗਸ ਵਗੈਰਾ ਜਿਹੜੇ ਨੇ ਉਹ ਉਹਨਾਂ ਦੀ ਸਪਲਾਈ ਜਿਹੜੀ ਆ ਚੱਲਦੀ ਰੱਖ ਸਕਣ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਕਹਿ ਰਹੀ ਆ ਕਿ ਐਤਕੀ ਇਹ ਜਿਹੜਾ ਏਵੀਅਨ ਫਲੂ ਆ ਗਲੋਬਲੀ ਅਨਪ੍ਰੈਸੀਡੈਂਟਡ ਆ ਔਰ ਇਹਦੇ ਜਿਹੜੇ ਨਾ ਏਵੀਅਨ ਫਲੂ ਦਾ ਸਟ੍ਰੇਨ ਆ H5N1 ਇਹ ਕੀ ਕਹਿੰਦੇ ਹੁੰਦੇ ਬੜੀ ਤੇਜ਼ੀ ਦੇ ਨਾਲ ਫੈਲਦਾ ਹੈਗਾ ਜੀ ਔਰ ਇਹ ਅਲਬਰਟਾ, ਅੰਟੇਰੀਓ, ਨਿਊਫਨਲੈਂਡ, ਲੈਬਰਾਡੋਰ ਤੇ ਨੋਵਾ ਸਕੋਸ਼ੀਆ ਵਿੱਚ ਆਲਰੇਡੀ ਪਾਇਆ ਗਿਆ ਆ। ਟੋਟਲ ਜਿਹੜੇ 2,60,000 ਬਰਡ ਜਿਹੜੇ ਆ ਜੀ ਉਹ ਇਹਦੇ ਨਾਲ ਮਾਰੇ ਜਾ ਚੁੱਕੇ ਨੇ ਇਸ ਵਾਇਰਸ ਦੇ ਨਾਲ, ਤੇ ਇਹਦੇ ਚੋਂ 1,66,000 ਅਲਬਰਟਾ ਸੀਗੇ, 84,000 ਅੰਟੇਰੀਓ ਦੇ ਵਿੱਚ ਹੈਗੇ ਆ। ਹਾਲਾਂਕਿ ਇਹ ਕਿਹਾ ਜਾਂਦਾ ਹੈ ਵੀ ਜਿਹੜੇ ਨਾ ਮੋਸਟ ਫਾਰਮਸ ਹੈਗੇ ਇਹਦੇ ਏਵੀਅਨ ਫਲੂ ਦੇ H5 ਉਹ ਮਤਲਬ ਏਵੀਅਨ ਫਲੂ ਮਾਈਲਡ ਹੁੰਦਾ, ਪਰ ਇਹ ਜਿਹੜਾ H5N1 ਆ ਇਹ ਸੀਰੀਅਸ ਡਿਜ਼ੀਜ਼ ਵੀ ਦੇ ਸਕਦਾ ਔਰ ਇਹਨਾਂ ਬਰਡ ਦੀ ਮੌਤ ਵੀ ਹੋ ਸਕਦੀ ਆ। ਐਗਰੀਕਲਚਰ ਤੇ ਐਗਰੀ ਫੂਡ ਕੈਨੇਡਾ ਦਾ ਕਹਿਣਾ ਹੈਗਾ ਕਿ ਜਿਹੜੇ ਇਹਨਾਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਉਹਦੇ ਲਈ ਕਈ ਹੋਰ ਵੀ ਫੈਕਟਰ ਹੈ ਨੇ, ਇਕੱਲੀ ਇਹ ਬਿਮਾਰੀ ਨਹੀਂ ਉਹ, ਪਰ ਉਹ ਇਹਦਾ ਲਿੰਕ ਦੇਖਣ ਲਈ ਬੜੀ ਗੌਰ ਨਾਲ ਇਹਦੇ ਤੇ ਵਾਚ ਕਰ ਰਿਹਾ ਜੀ। ਪਰ ਨਾਲ ਦੀ ਨਾਲ ਤੁਹਾਨੂੰ ਪਤਾ ਵੀ ਜਿਹੜਾ ਇਹ ਸਾਰੇ ਦਾ ਸਾਰਾ ਪੋਲਟਰੀ ਦਾ ਤੇ ਐਗਸ ਵਗੈਰਾ ਇਹ ਸਾਰੇ ਮੈਨੇਜਡ ਹੈ ਜੀ, ਮੈਕੈਨਿਜ਼ਮ ਉਹਨਾਂ ਦੇ ਸਾਰੇ ਰੱਖੇ ਹੋਏ ਆ ਔਰ ਉਹ ਇਸ ਵੇਲੇ ਕਹਿ ਰਿਹਾ ਵੀ ਜਿਹੜੀ ਇਹ ਹੁਣ ਡਿਸਰਪਸ਼ਨ ਹੋਣੀ ਆ ਉਹਦੇ 'ਚ ਆਲਰੇਡੀ ਉਹਨਾਂ ਨੂੰ ਅਲਾਓ ਕੀਤਾ ਜਾਏਗਾ ਕਿ ਭਾਈ ਤੁਸੀਂ ਉਹ ਜਿਹੜਾ ਮੈਕੈਨਿਜ਼ਮ ਹੈਗਾ ਉਹਨੂੰ ਥੋੜ੍ਹਾ ਜਿਹਾ ਉਹਦੇ ਨਾਲ ਪਲੇ ਅਰਾਊਂਡ ਕਰਕੇ ਪ੍ਰੋਡਕਸ਼ਨ ਜਾਂ ਵਧਾ ਸਕਦੇ ਆ ਜਾਂ ਜਿੱਦਾਂ ਵੀ ਮਤਲਬ ਉਹ ਕਹਿੰਦੇ ਵੀ ਉਹ ਟੂਲਸ ਉਹਨਾਂ ਕੋਲ ਹੈ ਨੇ। ਪਰ ਇੱਕ ਇਹਦੇ ਵਿੱਚ ਜਿਹੜੀ ਚੰਗੀ ਗੱਲ ਹੈ ਉਹ ਕਹਿੰਦੇ ਵੀ ਹਜੇ ਇੱਕ ਫਾਰਮ ਤੋਂ ਦੂਸਰੇ ਫਾਰਮ ਤਾਈਂ ਇੱਦਾਂ ਦੀ ਕੋਈ ਗੱਲਬਾਤ ਜਿਹੜੀ ਆਊਟਬ੍ਰੇਕ ਵਾਲੀ ਨਹੀਂ ਹੋਈ। ਦੱਸਿਆ ਜਾਂਦਾ ਵੀ ਜਿਹੜੇ ਬਰਡ ਆਉਂਦੇ ਨੇ ਬਾਹਰੋਂ ਉੜ ਕੇ, ਜਿਵੇਂ ਆਪਾਂ ਦੇਖਦੇ ਹਾਂ ਗੀਸ ਜਿਹੜੀ ਹੈ ਜੀ ਉਹ ਇਹਨਾਂ ਦਿਨਾਂ ਦੇ ਵਿੱਚ ਵਾਪਸ ਆਉਂਦੀ ਆ, ਉਹ ਕਹਿੰਦੇ ਵੀ ਉਹ ਕਾਰਨ ਇਸ ਗੱਲ ਦਾ ਬਣ ਸਕਦੇ ਆ। ਸੋ ਇੱਕ ਤਾਂ ਜੀ ਇਹ ਪ੍ਰੋਬਲਮ ਅਲਬਰਟਾ ਦੇ ਵਿੱਚ ਚੱਲ ਰਹੀ ਆ ਹੁਣ। ਪਹਿਲਾਂ ਹਜੇ ਜਿਹੜਾ ਕੋਵਿਡ-19 ਦੀ ਗੱਲਬਾਤ ਸੀ ਉਹਦੇ 'ਤੇ ਵੀ ਕਿਹਾ ਜਾ ਰਿਹਾ ਵੀ ਸਾਰੇ ਲੋਕਾਂ ਨੂੰ ਬੂਸਟਰ ਜਿਹੜੇ ਸ਼ਾਟ ਹੈਗੇ ਆ ਉਹ ਵੀ ਲਗਵਾ ਲੈਣੇ ਚਾਹੀਦੇ ਨੇ। ਅੱਛਾ, ਇੱਕ ਐਡਮਿੰਟਨ ਦੀ ਸਿਟੀ ਕਾਊਂਸਲ ਵੱਲੋਂ ਜਿਹੜੀ ਇੱਕ ਪ੍ਰੋਬਲਮ ਇੱਥੇ ਸ਼ਹਿਰ ਦੇ ਵਿੱਚ ਆ ਰਹੀ ਹੈ ਜੀ, ਜਿਹੜੀਆਂ ਡੈਰੇਲੈਕਟ ਪ੍ਰੋਪਰਟੀਜ਼ ਹੁੰਦੀਆਂ, ਜਿਹੜੇ ਸਲਮ ਕਹਿ ਲਓ ਕਿ ਪ੍ਰੋਪਰਟੀਜ਼ ਦੇ ਲੈਂਡਲੋਰਡ ਹੁੰਦੇ ਆ, ਉਹ ਉਹਨਾਂ ਪ੍ਰੋਪਰਟੀਜ਼ ਦਾ ਕੇਅਰ ਨਹੀਂ ਕਰਦੇ ਔਰ ਉੱਥੇ ਜਾ ਕੇ ਰਾਤ ਬਰਾਤੇ ਜਿਹੜੇ ਹੋਮਲੈਸ ਲੋਕ ਨੇ ਉਹ ਉੱਥੇ ਰਾਤਾਂ ਕੱਟਦੇ ਨੇ। ਪਰ ਕਈ ਵਾਰੀ ਕੀ ਹੁੰਦਾ ਕਿ ਉੱਥੇ ਅੱਗਾਂ ਲੱਗ ਗਈਆਂ ਨੇ ਔਰ ਉਹ ਅੱਗਾਂ ਲੱਗਣ ਦੇ ਨਾਲ ਕਈ ਵਾਰੀ ਸੀਰੀਅਸ ਘਾਤਕ ਗੱਲਬਾਤ ਵੀ ਹੋਈ ਆ। ਹੁਣ ਹੁੰਦਾ ਇਹ ਆ ਜੀ ਵੀ ਉਹ ਕਹਿੰਦੇ ਸਿਰਫ ਉਸ ਪ੍ਰੋਪਰਟੀ ਦਾ ਹੀ ਨੁਕਸਾਨ ਨਹੀਂ ਹੈ, ਜਿੱਥੇ ਜਿਹੜੇ ਉਹਦੇ ਆਲੇ ਦੁਆਲੇ ਹੋਰ ਘਰ ਨੇ ਉਹਨਾਂ ਨੂੰ ਵੀ ਅੱਗ ਜਿਹੜੀ ਆ ਲੱਗ ਸਕਦੀ ਆ ਤੇ ਹੋਰ ਜਿਹੜੇ ਬੰਦੇ ਉੱਥੇ ਆਲੇ ਦੁਆਲੇ ਰਹਿੰਦੇ ਆ ਉਹਨਾਂ ਦੀ ਸੇਫਟੀ ਤੇ ਕੁਐਸਚਨ ਮਾਰਕ ਖੜੇ ਹੋ ਜਾਂਦੇ ਨੇ। ਸੋ ਇਸ ਕਰਕੇ ਸਿਟੀ ਕਾਊਂਸਲ ਨੇ ਹੁਣ ਜਿਹੜੀ ਜੀ ਇੱਕ ਇਹ ਮੁਹਿੰਮ ਸ਼ੁਰੂ ਕੀਤੀ ਆ ਵੀ ਜਿਹੜੇ ਵੀ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਪਈਆਂ ਨੇ ਉਹਨਾਂ ਨੂੰ ਜਾਂ ਤਾਂ ਬੋਰਡ ਅਪ ਕੀਤਾ ਜਾਵੇ, ਬੰਦ ਕੀਤਾ ਜਾਵੇ ਤਾਂ ਕਿ ਉਹਦੇ ਵਿੱਚ ਕੋਈ ਵੀ ਵਿਅਕਤੀ ਨਾ ਜਾ ਕੇ ਰਹਿ ਸਕੇ, ਤੇ ਜਾਂ ਲੈਂਡਲੋਰਡ ਨੂੰ ਉਹ ਕਹਿੰਦੇ ਵੀ ਕਿਹਾ ਜਾਏਗਾ ਵੀ ਇਹਨਾਂ ਨੂੰ ਤੁਸੀਂ ਫਿਕਸ ਕਰਾਓ ਤਾਂ ਕਿ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਹੜੇ ਆਲੇ ਦੁਆਲੇ ਲੋਕ ਰਹਿੰਦੇ ਆ ਉਹਨਾਂ ਨੂੰ ਨਾ ਉਹਨਾਂ ਦਾ ਸਾਹਮਣਾ ਕਰਨਾ ਪਵੇ। ਕਿਉਂਕਿ ਇਹ ਪ੍ਰੋਬਲਮ ਕਾਫੀ ਵੱਡੀ ਹੈ ਜੀ। ਉਹ ਕਹਿੰਦੇ ਵੀ ਹੁਣ ਹੋਰ ਜ਼ਿਆਦਾ ਦੇਰ ਇਹਦੇ 'ਤੇ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ, ਇਹਨੂੰ ਹੁਣ ਹੀ ਟੈਕਲ ਕਰਨਾ ਪਏਗਾ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ।
ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।